ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਵਿਸ਼ਾਲ ਤੁਹਾਡਾ ਫਿਰ ਤੋਂ ਸਵਾਗਤ ਕਰਦਾ ਹਾਂ ਇਸ ਮਾਧਿਅਮ ਦੇ ਵਿੱਚ। ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਵਰ ਨੇ ਅੱਜ ਦਾ ਦਿਨ ਦਿਖਾਇਆ, ਹੁਣ ਦਾ ਸਮਾਂ ਦਿੱਤਾ। ਪਰਮੇਸ਼ਵਰ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਫਿਰ ਤੋਂ ਪਰਮੇਸ਼ਵਰ ਦੀ ਆਰਾਧਨਾ, ਪਰਮੇਸ਼ਵਰ ਦੀ ਸਤੂਤੀ, ਪਰਮੇਸ਼ਵਰ ਦੀ ਮਹਿਮਾ, ਪਰਮੇਸ਼ਵਰ ਦੇ ਵਚਨਾਂ ਤੋਂ ਸਿੱਖ ਸਕੀਏ। ਔਰ ਆਈ ਬਹੁਤਾ ਸਮਾਂ ਨਾ ਲੈਂਦੇ ਹੋਏ ਅਸੀਂ ਪ੍ਰਾਰਥਨਾ ਦੇ ਨਾਲ ਅੱਜ ਦੀ ਸਭਾ ਨੂੰ ਸ਼ੁਰੂ ਕਰਾਂਗੇ। ਧੰਨਵਾਦ ਕਰਦੇ ਪਿਤਾ ਪਰਮੇਸ਼ਵਰ ਪ੍ਰਭੂ ਜੀ ਅੱਜ ਦੇ ਦਿਨ ਵਾਸਤੇ। ਪ੍ਰਭੂ ਜੀ ਤੁਸੀਂ ਜੋ ਸਾਨੂੰ ਪ੍ਰਭੂ ਜੀ ਇਹ ਮੌਕਾ ਬਖਸ਼ਿਆ ਹੈ ਮੇਰੇ ਖੁਦਾਵੰਦ ਪ੍ਰਭੂ ਜੀ, ਇਸ ਮਾਧਿਅਮ ਦੇ ਵਿੱਚ ਪ੍ਰਭੂ ਜੀ ਫਿਰ ਤੋਂ ਇਕੱਠੇ ਹੋਣ ਦਾ ਪ੍ਰਭੂ ਜੀ ਮੌਕਾ ਦਿੱਤਾ ਹੈ ਮੇਰੇ ਖੁਦਾਵੰਦ। ਅੱਜ ਦੇ ਗੀਤਾ ਭਜਨਾਂ ਨੂੰ ਪ੍ਰਭੂ ਜੀ, ਅੱਜ ਦੀਆਂ ਦੁਆਵਾਂ ਨੂੰ ਪ੍ਰਭੂ ਜੀ, ਅੱਜ ਦੇ ਵਚਨਾਂ ਨੂੰ ਪ੍ਰਭੂ ਜੀ, ਹਰ ਇੱਕ ਚੀਜ਼ ਨੂੰ ਪ੍ਰਭੂ ਤੁਹਾਡੇ ਹੱਥਾਂ 'ਚ ਸੌਂਪ ਦਿੰਦੇ ਹਾਂ ਮੇਰੇ ਖੁਦਾਵੰਦ ਪ੍ਰਭੂ ਜੀ। ਤੁਹਾਡੇ ਅਨੁਗ੍ਰਹਿ ਨੂੰ ਮੰਗ ਲੈਤੇ ਹਾਂ ਪ੍ਰਭੂ ਜੀ, ਆਪਣੇ ਆਤਮਾ ਦੇ ਨਾਲ ਪ੍ਰਭੂ ਜੀ ਸਾਨੂੰ ਅਗਵਾਈ ਕਰਨਾ ਮੇਰੇ ਖੁਦਾਵੰਦ ਪ੍ਰਭੂ ਜੀ। ਔਰ ਅੱਗੇ ਦੇ ਸਮੇਂ ਨੂੰ ਪ੍ਰਭੂ ਤੁਹਾਡੇ ਹੱਥਾਂ 'ਚ ਸੌਂਪ ਦੇ ਪ੍ਰਾਰਥਨਾ ਤੁਹਾਡੇ ਮਿੱਠੇ ਪਿਆਰੇ ਪ੍ਰਭੂ ਯਿਸੂ ਮਸੀਹ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ। ਔਰ ਅੱਜ ਸਾਡੇ ਵਿੱਚ ਬ੍ਰਦਰ ਕੁਲਵਿੰਦਰ ਜੀ ਨੇ, ਔਰ ਆਈਏ ਅੱਜ ਦੇ ਗੀਤਾ ਭਜਨਾਂ ਦੇ ਵਿੱਚ ਸਾਡੀ ਮਦਦ ਕਰਨਗੇ ਬ੍ਰਦਰ ਕੁਲਵਿੰਦਰ। ਅਸੀਂ ਅੱਗੇ ਦਾ ਸਮਾਂ ਬ੍ਰਦਰ ਕੁਲਵਿੰਦਰ ਦੇ ਹੱਥਾਂ 'ਚ ਸੌਂਪਦੇ ਹਾਂ। Thank you Jesus, hallelujah। आइए एक दफा फिर ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਦੇ ਕਦਮਾਂ ਵਿੱਚ ਲੈ ਕੇ ਜਾਂਦੇ ਹੋਏ, ਆਪਣੇ ਆਪ ਨੂੰ ਪਰਮੇਸ਼ਰ ਦੇ ਕਦਮਾਂ 'ਚ ਲੀਨ ਕਰਦੇ ਹੋਏ, ਆਪਣੇ ਆਪ ਨੂੰ ਪਰਮੇਸ਼ਰ ਦੇ ਕਦਮਾਂ 'ਚ ਨਮਨ ਕਰਦੇ ਹੋਏ ਔਰ ਧੰਨਵਾਦ ਕਰਦੇ ਹੋਏ ਪ੍ਰਭੂ ਜੀ ਅੱਜ ਦਾ ਦਿਨ ਤੁਸੀਂ ਸਾਨੂੰ ਦਿੱਤਾ, ਸਾਨੂੰ ਸੰਭਾਲਿਆ ਪ੍ਰਭੂ। ਤੁਹਾਡੀ ਦਇਆ ਦੇ ਨਾਲ ਅਸੀਂ ਜੀਵਦੇ ਹਾਂ, ਤੁਹਾਡੀ ਦਇਆ ਦੇ ਨਾਲ ਅਸੀਂ ਚੱਲਦੇ ਫਿਰਦੇ ਹਾਂ, ਤੁਹਾਡੀ ਦਇਆ ਦੇ ਨਾਲ ਪ੍ਰਭੂ ਅਸੀਂ ਅੱਛੀ ਜ਼ਿੰਦਗੀ ਜੀ ਰਹੇ ਹਾਂ। ਤੁਹਾਡੀ ਦੇਣ ਆ ਮੇਰੇ ਪਰਮੇਸ਼ਰ ਦਾ ਧੰਨਵਾਦ ਕਰੀਏ। ਅੱਜ ਉਸ ਦੀ ਪ੍ਰੋਟੈਕਸ਼ਨ ਨੂੰ ਲੈਂਦੇ ਹੋਏ, ਅੱਜ ਉਸ ਦੀ ਦਇਆ ਨੂੰ ਆਪਣੇ ਉੱਪਰ ਲੈਂਦੇ ਹੋਏ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਮੇਰੀ ਸਾਂਸੋਂ ਮੇਂ ਆ
ਆ ਅਸੀਂ ਉਸ ਤਰੀਕੇ ਉਦਾਂ ਹੀ ਜੀ ਸਕਾਂਗੇ ਜਦੋਂ ਅਸੀਂ ਆਪਣੇ ਰਿਸ਼ਤਿਆਂ ਨੂੰ ਦੁਨਿਆਵੀ ਲੋਕਾਂ ਦੇ ਕੋਲੋਂ ਤੋੜ ਲਵਾਂਗੇ। ਅਸੀਂ ਦੁਨੀਆ ਨੂੰ ਖੁਸ਼ ਕਰਨ ਨਹੀਂ ਆਏ, ਅਸੀਂ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਨ ਲਈ ਆਏ। ਅਸੀਂ ਦੁਨੀਆ ਦੇ ਨਾਲ ਚੱਲਣ ਦੇ ਲਈ ਨਹੀਂ, ਅਸੀਂ ਯਿਸੂ ਮਸੀਹ ਦੇ ਨਾਲ ਚੱਲਣ ਦੇ ਲਈ ਬੁਲਾਏ ਗਏ ਹਾਂ। ਇਸ ਲਈ ਆਈਏ ਅੱਜ ਕਹੀਏ, ਪ੍ਰਭੂ ਹਾਂ मैं अपने रिश्ते दुनियावी लोगों के नालों तोड़ना या पहाड़े नाल जोड़ना है। दुनिया तो तोड़ के नाना यीशु नाल जोड़ जाए। दुनिया तो तोड़ के नाना यीशु नाल जोड़ जाए। फिर सारे झूठे यारां तो
सुंदर समय के लिए प्रभु तुसीं सानूं मौका दिता अपनी आराधना करने का, अपनी महिमा करने का। प्रभु असीं धन्नवाद करते हैं और खुदा हो दिओ असीं अगे दा समां तुहाडे हत्थां विच दिंदे हां मेरे परमेश्वर। तुहाडा पवित्र आत्मा अगे भी लीड करे मेरे परमेश्वर। दया करना, किरपा करना, फजल विच लै करना। यीशु मसीह दे नाम च मंगदे हां, आमीन। ਧੰਨਵਾਦ ਬ੍ਰਦਰ ਕੁਲਵਿੰਦਰ ਸਾਡੇ ਗੀਤਾ ਭਜਨਾਂ ਦੇ ਵਿੱਚ ਮਦਦ ਸਹਾਇਤਾ ਕਰਨ ਦੇ ਲਈ। ਔਰ ਅੱਜ ਦੇ ਸੇਵਕਾਈ ਨੂੰ ਜੋ ਵਚਨ ਦੀ ਸੇਵਕਾਈ ਹੈ ਉਹ ਅੱਜ ਸਿਸਟਰ ਪਾਇਲ ਨੇ ਸਾਡੇ ਵਿੱਚ ਉਹ ਕਰਨ ਜਾ ਰਹੇ ਨੇ। ਮੈਂ ਸਿਸਟਰ ਪਾਇਲ ਦੇ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ। ਸਿਸਟਰ ਪਾਇਲ ਢਿਲੌਜੀ ਹਿਮਾਚਲ ਦੇ ਰਹਿਣ ਵਾਲੇ ਨੇ ਔਰ ਹੁਣ ਦੇ ਸਮੇਂ ਦੇ ਵਿੱਚ ਪ੍ਰੈਜ਼ੈਂਟ ਟਾਈਮ ਦੇ ਵਿੱਚ NTC ਦੇਹਰਾਦੂਨ ਦੇ ਵਿੱਚ ਆਪਣੀ ਥਿਓਲੋਜੀਕਲ ਸਟੱਡੀਜ਼ ਨੂੰ ਕਰ ਰਹੇ ਨੇ। ਔਰ ਪਰਮੇਸ਼ਰ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ, ਬਹੁਤ ਹੀ ਅੱਛੀ ਰੀਤੀ ਦੇ ਨਾਲ ਸਿਸਟਰ ਪਾਇਲ ਨੂੰ ਬਲੈਸ ਕੀਤਾ ਹੈ। ਪਰਮੇਸ਼ਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਿਸਟਰ ਪਾਇਲ ਨੂੰ ਯੂਜ਼ ਕਰ ਰਹੇ ਨੇ ਆਪਣੀ ਸੇਵਕਾਈ ਦੇ ਲਈ। ਔਰ ਬਹੁਤਾ ਸਮਾਂ ਨਾ ਲੈਂਦੇ ਹੋਏ ਆਈਏ ਬਾਕੀ ਦਾ ਸਮਾਂ ਅਸੀਂ ਸਿਸਟਰ ਪਾਇਲ ਦੇ ਹੱਥਾਂ ਵਿੱਚ ਦੇਵਾਂਗੇ। ਥੈਂਕ ਯੂ। ਤੁਹਾਨੂੰ ਸਾਰਿਆਂ ਨੂੰ ਜੈਮਸੀ ਦੀ ਹੈਬਰੋਨਾਈਟ ਬ੍ਰੋਡਕਾਸਟਿੰਗ ਨੈਟਵਰਕ ਪੇਜ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਧੰਨਵਾਦ ਕਰਦੀ ਹਾਂ ਇਸ ਪੇਜ ਦੇ ਲਈ ਅਤੇ ਇਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਇਸ ਪੇਜ ਦੀ ਸ਼ੁਰੂਆਤ ਕੀਤੀ ਅਤੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਪਰਮੇਸ਼ਰ ਦੀ ਹਮਦ ਜਾਂ ਪਰਮੇਸ਼ਰ ਦੇ ਵਚਨ ਨੂੰ ਤੁਹਾਡੇ ਸਾਰਿਆਂ ਦੇ ਵਿੱਚ ਲੈ ਕੇ ਆ ਸਕਾਂ। ਆਈਏ ਅਸੀਂ ਅੱਜ ਦਾ ਵਚਨ ਜਿਹੜਾ ਪ੍ਰਾਰਥਨਾ ਦੇ ਨਾਲ ਸ਼ੁਰੂ ਕਰਾਂਗੇ। ਧੰਨਵਾਦ ਕਰਦੇ ਹਾਂ ਜੀਵਿਤ ਖੁਦਾਵੰਦ ਦਾ ਪ੍ਰਭੂ ਜੀ, ਤੁਹਾਡੇ ਚਰਨਾਂ ਦੇ ਵਿੱਚ ਆਉਂਦੇ ਹਾਂ ਖੁਦਾਵੰਦ। ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੀਆਂ ਸਾਰੀਆਂ ਭਲਾਈਆਂ ਨੂੰ ਪ੍ਰਭੂ ਸਾਡੇ ਜੀਵਨਾਂ ਦੇ ਉੱਤੇ ਖੁਦਾਵੰਦ ਪ੍ਰਭੂ ਜੀ ਮੰਗਦੇ ਹਾਂ ਪਿਤਾ ਪਰਮੇਸ਼ਰ ਪ੍ਰਭੂ ਜੀ। ਉਹ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਖੁਦਾਵੰਦ, ਜਦੋਂ ਅਸੀਂ ਤੁਹਾਡੇ ਵਚਨ ਤੋਂ ਦੇਖਦੇ ਹਾਂ ਖੁਦਾਵੰਦ ਹੋਣ ਦਿਓ ਖੁਦਾਵੰਦ, ਤੁਹਾਡਾ ਵਚਨ ਸਾਡੇ ਜੀਵਨਾਂ ਦੇ ਵਿੱਚ ਕਾਰਜ ਕਰੇ ਪ੍ਰਭੂ। ਹਰ ਇੱਕ ਲੋਕਾਂ ਦੇ ਨਾਲ ਪ੍ਰਭੂ ਜੀ ਜਿੰਨੇ ਵੀ ਇਸ ਵੀਡੀਓ ਨੂੰ ਦੇਖਣ ਪ੍ਰਭੂ ਜੀ, ਉਹ ਖੁਦਾਵੰਦ ਪ੍ਰਭੂ ਤੇਰਾ ਵਚਨ, ਤੇਰਾ ਅਭਿਸ਼ੇਕ ਤੇਰੇ ਲੋਕਾਂ ਦੇ ਉੱਤੇ ਕਾਰਜ ਕਰੇ ਖੁਦਾਵੰਦ ਹੁਣ ਦਿਓ ਖੁਦਾਵੰਦ। ਸਾਡੇ ਨਾਲ ਪ੍ਰਭੂ ਜੀ ਆਪਣੇ ਵਚਨ ਦੇ ਦੁਆਰਾ ਗੱਲ ਕਰੋ ਤਾਂ ਕਿ ਜਿਸ ਤਰ੍ਹਾਂ ਅਸੀਂ ਜੀਵਨ ਬਤੀਤ ਪ੍ਰਭੂ ਜੀ ਜਿੱਦਾਂ ਤੁਸੀਂ ਚਾਹੁੰਦੇ ਹੋ ਉੱਦਾਂ ਕਰ ਸਕੀਏ ਖੁਦਾਵੰਦ ਪ੍ਰਭੂ। ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਦੇ ਵਚਨ ਦੇ ਦੁਆਰਾ ਮੈਂ ਨਹੀਂ ਬਲਕਿ ਤੁਹਾਡਾ ਆਤਮਾ ਪ੍ਰਭੂ ਆਪਣੇ ਲੋਕਾਂ ਦੇ ਨਾਲ ਗੱਲਬਾਤ ਕਰੇ ਪ੍ਰਭੂ ਜੀ। ਧੰਨਵਾਦ ਕਰਦੇ ਹਾਂ ਤੁਸੀਂ ਸਾਡੀਆਂ ਦੁਆਵਾਂ ਨੂੰ ਸੁਣਿਆ ਖੁਦਾਵੰਦ। ਯਿਸੂ ਸਾਡੇ ਉਧਾਰਕਰਤਾ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਅੱਜ ਅਸੀਂ ਬਾਈਬਲ ਦੇ ਵਿੱਚ ਇੱਕ ਬੜੇ ਹੀ ਚਰਚਿਤ ਜਿਹੜਾ ਜਿਹਨੂੰ ਕਹਿ ਸਕਦੇ ਅਸੀਂ ਇੱਕ ਵਿਸ਼ੇ ਨੂੰ ਦੇਖਾਂਗੇ ਜਿਹਦਾ ਨਾਮ ਸ਼ਿਮਸ਼ੋਨ ਹੈ। ਅਸੀਂ ਬੜੇ ਸਾਰੇ ਇੱਦਾਂ ਦੇ ਬਾਈਬਲ ਦੇ ਵਿੱਚ ਨਾਮ ਹੈ ਜਾਂ ਬੜੇ ਸਾਰੇ ਬਾਈਬਲ ਦੇ ਵਿੱਚ ਇੱਦਾਂ ਦੇ ਕਰੈਕਟਰ ਹੈ ਜਿਹਦੀ ਅਸੀਂ ਸੋਚਦੇ, ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ, ਜਿਨ੍ਹਾਂ ਦੇ ਜੀਵਨਾਂ ਦੇ ਵਿੱਚੋਂ ਅਸੀਂ ਕੁਝ ਸਿੱਖਦੇ ਹਾਂ ਕਿ ਕੀ ਪਰਮੇਸ਼ਰ ਨੇ ਉਹਨਾਂ ਦੇ ਜੀਵਨ ਦੇ ਵਿੱਚ ਕੀਤਾ ਅਤੇ ਕੀ ਸਾਨੂੰ ਅੱਜ ਆਪਣੇ ਜੀਵਨ ਦੇ ਵਿੱਚ ਕਰਨਾ ਚਾਹੀਦਾ। ਅਤੇ ਅੱਜ ਅਸੀਂ ਸ਼ਿਮਸ਼ੋਨ ਦੇ ਜੀਵਨ 'ਚ ਦੇਖਾਂਗੇ ਕਿ ਉਹਨੇ ਕੀ ਕੀਤਾ ਆਪਣੇ ਜੀਵਨ ਦੇ ਵਿੱਚ। ਜਦੋਂ ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ, ਇਸ ਸਮੇਂ ਨੂੰ, ਇਸ ਪਲਾਂ ਨੂੰ ਦੇਖਦੇ ਹਾਂ ਜਿਸ ਘੜੀ ਦੇ ਵਿੱਚ ਅਸੀਂ ਜੀ ਰਹੇ ਹਾਂ, ਸਾਡਾ ਜੀਵਨ ਇਸ ਸਮੇਂ ਨੂੰ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਸਾਨੂੰ ਇਹ ਸੋਚਣਾ ਬੜਾ ਮੁਸ਼ਕਿਲ ਹੋ ਗਿਆ ਅਸੀਂ ਕੀ ਨਿਰਣੇ ਲਈਏ, ਅਸੀਂ ਕੀ ਚੁਣਾਵ ਕਰੀਏ ਆਪਣੇ ਜੀਵਨ ਦੇ ਵਿੱਚ, ਜਾਂ ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਅੱਗੇ ਕੀ ਕਰਨਾ ਚਾਹੁੰਦੇ। ਸਾਨੂੰ ਕੋਈ ਸਾਡਾ ਭਵਿੱਖ ਨਹੀਂ ਦਿਖਦਾ ਪਿਆ ਇੱਥੇ, ਸਾਨੂੰ ਕੋਈ ਵੀ ਕਿਸੇ ਵੀ ਗੱਲ ਦੀ ਆਸ਼ਾ ਨਹੀਂ ਹੈਗੀ ਕਿ ਅਸੀਂ ਕੁਝ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ, ਜਾਂ ਫਿਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਂ ਫਿਰ ਕਿੱਥੇ ਲੈ ਕੇ ਜਾਣਾ। ਸਾਡੇ ਜੀਵਨ ਦਾ ਕੋਈ ਮਕਸਦ ਨਹੀਂ ਰਹਿ ਗਿਆ, ਲੇਕਿਨ ਫਿਰ ਵੀ ਪਰਮੇਸ਼ਰ ਸਾਨੂੰ ਆਪਣੇ ਵਚਨ ਦੇ ਵਿੱਚੋਂ ਸਿਖਾਉਂਦਾ ਹੈ ਕਿ ਅਸੀਂ ਕਿੱਦਾਂ ਦੇ ਨਿਰਣੇ ਸਾਨੂੰ ਲੈਣੇ ਚਾਹੀਦੇ ਜਾਂ ਫਿਰ ਕਿੱਦਾਂ ਦਾ ਚੁਣਾਵ ਸਾਨੂੰ ਆਪਣੇ ਜੀਵਨ ਦੇ ਵਿੱਚ ਕਰਨਾ ਚਾਹੀਦਾ। ਉਦੋਂ ਜਦੋਂ ਗੱਲ ਪਰਮੇਸ਼ਰ ਦੀ ਆਉਂਦੀ ਹੈ, ਅਸੀਂ ਆਪਣੇ ਜੀਵਨ ਦੇ ਵਿੱਚ ਤੇ ਹਰ ਚੁਣਾਵ ਕਰਦੇ ਹਾਂ, ਲੇਕਿਨ ਜਦੋਂ ਅਸੀਂ ਆਪਣੇ ਪਰਮੇਸ਼ਰ ਦੇ ਦਿੱਤੇ ਹੋਏ ਵਾਅਦਿਆਂ ਨੂੰ ਜਾਂ ਫਿਰ ਪਰਮੇਸ਼ਰ ਨੇ ਜੋ ਸਾਨੂੰ ਕਿਹਾ ਅਸੀਂ ਉਹ ਨਹੀਂ ਕਰਦੇ ਤੇ ਅਸੀਂ ਆਪਣੇ ਜੀਵਨ ਦੇ ਵਿੱਚ ਜਿਹੜੇ ਹੈ ਬੜੇ ਹੀ ਖਤਰਨਾਕ, ਜਿਹਨੂੰ ਕਹਿੰਦੇ ਬੜੇ ਭਿਆਨਕ ਪਰਿਣਾਮਾਂ ਨੂੰ ਅਸੀਂ ਦੇਖ ਸਕਦੇ ਹਾਂ ਆਪਣੇ ਜੀਵਨ ਦੇ ਵਿੱਚ। ਸ਼ਿਮਸ਼ੋਨ ਵੀ ਕੁਝ ਇਸ ਤਰ੍ਹਾਂ ਦਾ ਹੀ ਸੀ। ਸ਼ਿਮਸ਼ੋਨ ਵੀ ਸਾਡੇ ਵਰਗਾ ਇੱਕ ਨਾਰਮਲ ਮਨੁੱਖ ਹੋਣਾ ਚਾਹੀਦਾ ਸੀ, ਲੇਕਿਨ ਪਰਮੇਸ਼ਰ ਨੇ ਉਹਨੂੰ ਆਪਣੇ ਮਸਾ ਦੇ ਨਾਲ ਅਭਿਸ਼ੇਕ ਕੀਤਾ ਤੇ ਇੱਕ ਬਾਂਝ ਦੇ ਕੋਲ ਆਪਣਾ ਦੂਤ ਭੇਜਿਆ ਤੇ ਉਹਨੇ ਕਿਹਾ ਕਿ ਅੱਜ ਤੱਕ ਤੇਰੇ ਕੋਈ ਪੁੱਤਰ ਨਹੀਂ ਸੀ, ਲੇਕਿਨ ਅੱਜ ਮੈਂ ਤੈਨੂੰ ਇੱਕ ਪੁੱਤਰ ਦੇਵਾਂਗਾ ਤੇ ਉਹਨੂੰ ਜਿਹੜਾ ਹੈ ਤੁਸੀਂ ਨਾਜ਼ੀਰ ਰੱਖਣਾ, ਉਹਦੇ ਸਿਰ ਤੇ ਕੋਈ ਛੁਰਾ ਨਹੀਂ ਫੇਰਿਆ ਜਾਏਗਾ, ਕੋਈ ਵੀ ਮਰੀ ਦੀ ਚੀਜ਼ ਨੂੰ ਉਹ ਨਹੀਂ ਛੂ ਸਕੇਗਾ ਤੇ ਕੋਈ ਵੀ ਮਧੂਮੱਖੀ ਜਾਂ ਫਿਰ ਸ਼ਹਿਦ ਖਾਣਾ ਉਹਨੂੰ ਮਨਾ ਸੀ। ਤਾਂ ਕਰਕੇ ਉਹਨੂੰ ਨਾਜ਼ੀਰ ਠਹਿਰਾਇਆ ਗਿਆ ਸੀ ਕਿਉਂਕਿ ਉਹ ਪਰਮੇਸ਼ਰ ਦੇ ਦੁਆਰਾ ਅਲੱਗ ਕੀਤਾ ਗਿਆ ਸੀ। ਸ਼ਿਮਸ਼ੋਨ ਦਾ ਜਿਹੜਾ ਜਨਮ ਹੈ ਉਹ ਸਿਰਫ ਇਸ ਮਕਸਦ ਲਈ ਹੋਇਆ ਸੀ ਕਿ ਉਹ ਇਜ਼ਰਾਈਲੀਆਂ ਨੂੰ ਪਲਿਸ਼ਤੀਆਂ ਦੇ ਹੱਥਾਂ 'ਚੋਂ ਛੁਡਾ ਸਕੇ, ਕਿਉਂਕਿ ਉਸ ਸਮੇਂ ਜਿਹੜੇ ਹੈ ਪਲਿਸ਼ਤੀ ਜਿਹੜੇ ਇਜ਼ਰਾਈਲ ਦੇ ਉੱਤੇ ਪ੍ਰਬਲ ਹੋ ਰਹੇ ਸੀ, ਇਜ਼ਰਾਈਲ ਦੇ ਉੱਤੇ ਜਿਹੜਾ ਹੈ ਆਪਣੀ ਹਕੂਮਤ ਨੂੰ ਜਤਾ ਰਹੇ ਸੀ, ਲੇਕਿਨ ਪਰਮੇਸ਼ਰ ਕਦੇ ਵੀ ਆਪਣੇ ਲੋਕਾਂ ਨੂੰ ਜਿਹੜਾ ਹੈ
ਉਹ ਕਦੀ ਵੀ ਆਪਣੇ ਲੋਕਾਂ ਨੂੰ ਇੱਦਾਂ ਹੀ ਨਹੀਂ ਛੱਡ ਦਿੰਦਾ ਜਾਂ ਫਿਰ ਆਪਣੇ ਲੋਕਾਂ ਨੂੰ ਓਪਰੈਸ ਹੁੰਦਾ ਹੋਇਆ ਨਹੀਂ ਦੇਖਦਾ, ਲੇਕਿਨ ਉਹ ਆਪਣੇ ਲੋਕਾਂ ਦੇ ਲਈ ਕੁਛ ਨਾ ਕੁਛ ਇੱਦਾਂ ਦਾ ਕੰਮ ਕਰਦਾ ਕਿ ਉਹ ਆਪਣੇ ਲੋਕਾਂ ਨੂੰ ਉਸ ਚੰਗੁਲ ਚੋਂ, ਉਸ ਹਕੂਮਤ ਚੋਂ ਛੁਡਾ ਲੇ। ਅੱਜ ਅਸੀਂ ਸ਼ੈਮੂਅਲ ਦੇ ਜੀਵਨ ਦੇ ਵਿੱਚ ਜਾਂ ਫਿਰ ਸ਼ਿਮਸ਼ੋਨ ਦੇ ਜੀਵਨ ਦੇ ਵਿੱਚ ਦੇਖਾਂਗੇ ਕਿ ਜਿਹੜਾ ਇੱਕ ਨਾਜ਼ੀਰ ਹੈ, ਕਿਉਂ ਪਰਮੇਸ਼ਰ ਨੇ ਉਹਨੂੰ ਨਾਜ਼ੀਰ ਠਹਿਰਾਇਆ। ਨਾਜ਼ੀਰ ਦਾ ਮਤਲਬ ਇਹ ਹੈ ਕਿ ਜਿਹੜਾ ਆਪਣੇ ਵੱਲੋਂ ਅਲੱਗ ਹੋ ਜੇ ਪਰਮੇਸ਼ਰ ਦੀ ਸੇਵਾ ਕਰਨ ਦੇ ਲਈ। ਜਦੋਂ ਅਸੀਂ ਇਜ਼ਰਾਈਲ ਦੇ ਟਾਈਮ ਦੇ ਵਿੱਚ ਦੇਖਦੇ ਹਾਂ ਜਾਂ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਤੇ ਉੱਥੇ ਲਿਖਿਆ ਕਿ ਜਿਹੜੇ ਕੁਝ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੇ ਇਹ ਚੁਣਾਵ ਕੀਤਾ ਕਿ ਅਸੀਂ ਜਿਹੜਾ ਹੈ ਅਲੱਗਤਾਈ ਦਾ ਜੀਵਨ ਬਤੀਤ ਕਰਾਂਗੇ, ਇੱਕ ਪਵਿੱਤਰਤਾਈ ਦਾ ਜੀਵਨ ਬਤੀਤ ਕਰਾਂਗੇ ਕਿ ਪਰਮੇਸ਼ਰ ਦੀ ਪਵਿੱਤਰਤਾ ਸਾਡੇ ਤੇ ਬਣੀ ਰਵੇ, ਤੇ ਉਹ ਨਾਜ਼ੀਰ ਕਹਿਲਾਉਂਦੇ ਸੀ। ਲੇਕਿਨ ਸ਼ਿਮਸ਼ੋਨ ਦੇ ਜੀਵਨ ਦੇ ਵਿੱਚ ਇੱਕ ਜਿਹੜੀ ਖਾਸ ਗੱਲ ਇਹ ਹੈ ਕਿ ਉਹਨੂੰ ਪਰਮੇਸ਼ਰ ਨੇ ਉਹਦੇ ਜਨਮ ਤੋਂ ਪਹਿਲੇ ਹੀ ਨਾਜ਼ੀਰ ਠਹਿਰਾਇਆ ਹੋਇਆ ਸੀ। ਫਰਕ ਇੱਥੇ ਇਹ ਹੈ ਕਿ ਲੋਕੀ ਖੁਦ ਆਪਣੇ ਆਪ ਦਾ ਨਿਰਣੇ ਲੈਂਦੇ ਕਿ ਮੈਂ ਨਾਜ਼ੀਰ ਬਣਾਂਗਾ, ਲੇਕਿਨ ਸ਼ਿਮਸ਼ੋਨ ਨੂੰ ਪਰਮੇਸ਼ਰ ਨੇ ਨਾਜ਼ੀਰ ਬਣਾਇਆ। ਇਹਦਾ ਮਤਲਬ ਕਿ ਪਰਮੇਸ਼ਰ ਜਿਹੜਾ ਸੀ ਉਹ ਸ਼ਿਮਸ਼ੋਨ ਦੇ ਜੀਵਨ ਤੋਂ ਕੋਈ ਵੱਡਾ ਮਕਸਦ ਰੱਖਦਾ ਸੀ ਜਾਂ ਫਿਰ ਕੋਈ ਵੱਡੇ ਮਕਸਦ ਨੂੰ ਪੂਰਾ ਕਰਨਾ ਚਾਹੁੰਦਾ ਸੀ, ਤੇ ਜਿਹਦੇ ਉੱਤੇ ਸ਼ਿਮਸ਼ੋਨ ਖਰਾ ਨਹੀਂ ਉਤਰ ਪਾਇਆ। ਜਦੋਂ ਪਰਮੇਸ਼ਰ ਦੇ ਦੁਆਰਾ ਅਲੱਗ ਕੀਤਾ ਗਿਆ ਸੀ, ਉਹ ਇੱਕ ਨਿਆਈ ਸੀ। ਜਦੋਂ ਅਸੀਂ ਨਿਆਈਆਂ ਦੀ ਪੋਥੀ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਉਹਦੇ ਸ਼ੁਰੂ ਤੋਂ ਜਦੋਂ ਅਸੀਂ ਦੇਖਦੇ ਹਾਂ 8 ਅਧਿਆਏ ਤੋਂ ਜਦੋਂ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ ਜਾਂ ਫਿਰ 11 ਤੋਂ ਅਸੀਂ 16 ਤੱਕ ਪੜ੍ਹਦੇ ਹਾਂ, ਤੇ ਅਸੀਂ ਸ਼ਿਮਸ਼ੋਨ ਦੀ ਪੂਰੀ ਜ਼ਿੰਦਗੀ ਦੇ ਬਾਰੇ ਦੇਖਦੇ ਕਿ ਕਿੱਦਾਂ ਉਹਦਾ ਜਨਮ ਹੋਇਆ, ਕਿੱਦਾਂ ਉਹਦੀ ਮ੍ਰਿਤੂ ਹੋਈ, ਉਹਨੇ ਕੀ ਕੀਤਾ, ਪਰਮੇਸ਼ਰ ਦੀ ਆਗਿਆ ਮੰਨੀ ਜਾਂ ਨਹੀਂ ਮੰਨੀ। ਫਿਰ ਵੀ ਉਹ ਜਦੋਂ ਪਰਮੇਸ਼ਰ ਦੇ ਦੁਆਰਾ ਅਲੱਗ ਕੀਤਾ ਗਿਆ ਸੀ, ਪਰਮੇਸ਼ਰ ਨੇ ਇਹਨੂੰ ਇੱਕ ਨਿਆਈ ਠਹਿਰਾਇਆ ਸੀ, ਇੱਕ ਜੱਜ ਬਣਾਇਆ ਹੋਇਆ ਸੀ। ਉਹਦੇ ਕੋਲ ਜਿਹੜੀਆਂ ਸੀਗੀਆਂ ਲੌਕਿਕ ਸ਼ਕਤੀਆਂ ਸੀਗੀਆਂ ਜਿਹੜੀਆਂ ਆਮ ਲੋਕਾਂ ਕੋਲ ਨਹੀਂ ਸੀ, ਜਿਹੜੀਆਂ ਉਹਨੂੰ ਆਮ ਲੋਕਾਂ ਤੋਂ ਜਿਹੜਾ ਹੈ ਅਲੱਗ ਕਰਦਾ ਸੀ, ਤੇ ਉਹਦੇ ਕੋਲ ਜਿਹੜੀ ਬੁੱਧੀ ਸੀ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਸਿਰਫ ਉਹੀ ਲੋਕ ਜਿਹੜੇ ਸੀ ਉਹ ਨਿਆਈ ਜਾਂ ਜੱਜ ਹੁੰਦੇ ਸੀ ਜਿਨ੍ਹਾਂ ਕੋਲ ਬੜੀ ਸਾਰੀ ਬੁੱਧੀ ਹੋਏ ਜਾਂ ਫਿਰ ਜਿਹੜੇ ਇੰਟੈਲੀਜੈਂਟ ਲੋਕ ਹੁੰਦੇ ਸੀ। ਔਰ ਪਰਮੇਸ਼ਰ ਨੇ ਉਹਨੂੰ ਇੰਟੈਲੀਜੈਂਟ ਵੀ ਬਣਾਇਆ, ਔਰ ਉਹਨੇ ਇਜ਼ਰਾਈਲੀਆਂ ਨੂੰ 20 ਸਾਲ ਇਜ਼ਰਾਈਲੀਆਂ ਦੀ ਸੇਵਾ ਕੀਤੀ। ਉਹਨਾਂ ਦੇ ਵਿੱਚ ਜਦੋਂ ਨਿਆਈ ਸੀ ਤੇ ਇੰਨੀ ਵੱਡੀ ਕੌਮ ਜਿਹੜੀ ਇਜ਼ਰਾਈਲੀਆਂ ਦੀ ਕੌਮ ਸੀਗੀ, ਉਹਨਾਂ ਦੇ ਵਿੱਚ ਜਿਹੜੇ ਝਗੜੇ ਹੁੰਦੇ ਸੀ ਜਾਂ ਫਿਰ ਕੋਈ ਵੀ ਗੱਲ ਹੁੰਦੀ ਸੀ ਉਹਨਾਂ ਨੂੰ ਸੁਲਝਾਉਂਦਾ ਸੀ। ਤੇ ਸ਼ਿਮਸ਼ੋਨ ਨੇ ਆਪਣੇ ਜੀਵਨ ਦੇ ਵਿੱਚ ਕੁਝ ਨਿਰਣੇ ਲਏ ਜਿਹੜੇ ਨਿਰਣਿਆਂ ਨੂੰ ਉਹਨੂੰ ਭੁਗਤਣਾ ਪਿਆ। ਤੇ ਅਸੀਂ ਪਹਿਲਾ ਨਿਰਣੇ ਜਿਹੜਾ ਉਹਨੇ ਪਹਿਲੇ ਉਹਦੀ ਜ਼ਿੰਦਗੀ ਦੇ ਵਿੱਚ ਅਸੀਂ ਦੇਖਾਂਗੇ ਉਹਨੇ ਕੀ ਕੀ ਕੀਤਾ ਤੇ ਅੱਜ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਉਹਦੀ ਜ਼ਿੰਦਗੀ ਤੋਂ ਸਿੱਖ ਕੇ, ਤਾਂ ਕਿ ਅਸੀਂ ਪਰਮੇਸ਼ਰ ਤੋਂ ਦੂਰ ਨਾ ਹੋ ਜਾਈਏ। ਪਰ ਸਭ ਤੋਂ ਪਹਿਲੀ ਗੱਲ ਅਸੀਂ ਸ਼ਿਮਸ਼ੋਨ ਦੇ ਜੀਵਨ ਚੋਂ ਇਹ ਸਿੱਖਾਂਗੇ ਕਿ ਪਰਮੇਸ਼ਰ ਜਿਹੜਾ ਹੈ ਉਹ ਸਧਾਰਨ ਲੋਕਾਂ ਨੂੰ ਚੁਣਦਾ ਆਪਣੇ ਅਸਧਾਰਨ ਲਕਸ਼ਿਆਂ ਨੂੰ ਪੂਰਾ ਕਰਨ ਦੇ ਲਈ। ਹਾਲੇਲੂਇਆ। ਕਿਉਂਕਿ ਜਿਹੜਾ ਸਾਡਾ ਪਰਮੇਸ਼ਰ ਹੈ ਉਹਨੇ ਕਿਸੇ ਵੀ ਬਾਈਬਲ ਦੇ ਵਿੱਚ ਲਿਖਿਆ ਉਹਨੇ ਜਗਤ ਦੇ ਮੂਰਖਾਂ ਨੂੰ ਚੁਣ ਲਿਆ ਕਿ ਉਹ ਗਿਆਨਵਾਨਾਂ ਨੂੰ ਲੱਜਿਤ ਕਰੇ, ਉਹਨੇ ਜਿਹੜਾ ਨਿਰਬਲਾਂ ਨੂੰ ਚੁਣ ਲਿਆ ਕਿ ਉਹ ਬਲਵਾਨਾਂ ਨੂੰ ਲੱਜਿਤ ਕਰੇ। ਤੇ ਪਰਮੇਸ਼ਰ ਜਿਹੜਾ ਹੈ ਹਮੇਸ਼ਾ ਸਧਾਰਨ ਲੋਕਾਂ ਨੂੰ, ਆਮ ਲੋਕਾਂ ਨੂੰ ਚੁਣਦਾ ਤਾਂ ਕਿ ਆਪਣੇ ਜਿਹੜੇ ਵੱਡੇ ਲਕਸ਼ ਜਾਂ ਫਿਰ ਵੱਡੇ ਮਕਸਦਾਂ ਨੂੰ ਪੂਰਾ ਕਰ ਸਕੇ। ਉਹ ਇੱਕ ਸਾਡੀ ਤਰ੍ਹਾਂ ਹੀ ਇੱਕ ਬੜਾ ਹੀ ਸਧਾਰਨ ਜਿਹਾ ਮਨੁੱਖ ਸੀ, ਔਰ ਜਿਹੜਾ ਹੈ ਪਰਮੇਸ਼ਰ ਨੇ ਉਹਨੂੰ ਚੁਣਿਆ ਸੀ, ਨਾ ਕਿ ਉਹਨੇ ਪਰਮੇਸ਼ਰ ਨੂੰ ਚੁਣਿਆ ਸੀ। ਔਰ ਉਹਨੇ ਸਾਰਾ ਕੁਛ ਉਹ ਕੀਤਾ ਕਿ ਪਰਮੇਸ਼ਰ ਨੇ ਸਾਰਾ ਕੁਛ ਉਹਦੇ ਲਈ ਪ੍ਰੋਵਾਈਡ ਕੀਤਾ, ਉਹਦੇ ਲਈ ਉਪਲਬਧ ਕਰਾਇਆ ਜੋ ਉਹਦੇ ਲਈ ਜ਼ਰੂਰਤ ਸੀ। ਇੱਕ ਗੱਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰੱਖੀਏ ਕਿ ਜਦੋਂ ਪਰਮੇਸ਼ਰ ਸਾਨੂੰ ਬੁਲਾਉਂਦਾ ਹੈ ਜਾਂ ਫਿਰ ਜਦੋਂ ਪਰਮੇਸ਼ਰ ਸਾਨੂੰ ਆਪਣੇ ਕੋਲ ਲੈ ਕੇ ਆਉਂਦਾ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਹੁਣ ਆਪਣੇ ਜੀਵਨ ਸਾਨੂੰ ਛੱਡ ਦਿੰਦਾ ਜਾਂ ਫਿਰ ਸਾਡੀ ਮਦਦ ਨਹੀਂ ਕਰਦਾ। ਪਰਮੇਸ਼ਰ ਉਹ ਸਾਰੇ ਕੰਮ ਸਾਡੇ ਜੀਵਨ ਦੇ ਵਿੱਚ ਕਰਦਾ ਜਿਹਦੀ ਸਾਨੂੰ ਜ਼ਰੂਰਤ ਹੈ। ਸਾਨੂੰ ਕਿਸੇ ਹੋਰ ਕੋਲ ਨਹੀਂ ਜਾਣਾ ਪੈਂਦਾ ਮਦਦ ਮੰਗਣ ਦੇ ਲਈ। ਉਹਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਹੁਣ ਮੇਰਾ ਬੰਦਾ ਜਿਹੜਾ ਹੈ ਉਹ ਕੰਮ ਕਰਨ ਜਾ ਰਿਹਾ ਤੇ ਹੁਣ ਉਹ ਕਿਸ ਤਰੀਕੇ ਦੀ ਪਰਿਸਥਿਤੀ ਦੇ ਵਿੱਚ ਪਊਗਾ ਤੇ ਮੈਂ ਉਹਨੂੰ ਕਿੱਦਾਂ ਬਾਹਰ ਕੱਢਣਾ। ਉਹਦੇ ਲਈ ਪਰਮੇਸ਼ਰ ਦਾ ਜਿਹੜਾ ਹੈ ਉਹ ਪਹਿਲੇ ਤੋਂ ਹੀ ਬਹੁਤ ਵੱਡਾ ਪਲਾਨ ਹੈ। ਔਰ ਜਦੋਂ ਪਰਮੇਸ਼ਰ ਸਾਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਤੇ ਉਹ ਚਾਹੁੰਦਾ ਹੈ ਕਿ ਅਸੀਂ ਉਹਦੀ ਇੱਛਾ ਦੇ ਅਨੁਸਾਰ ਵੀ ਚੱਲੀਏ। ਇੱਦਾਂ ਨਹੀਂ ਕਿ ਜਦੋਂ ਅਸੀਂ ਪਰਮੇਸ਼ਰ ਕੋਲ ਆ ਗਏ ਤੇ ਅਸੀਂ ਆਪਣੀ ਇੱਛਾ ਦੇ ਅਨੁਸਾਰ ਅਸੀਂ ਕੁਝ ਵੀ ਕਰ ਸਕਦੇ ਆਪਣੇ ਜੀਵਨ ਦੇ ਵਿੱਚ, ਲੇਕਿਨ ਨਹੀਂ, ਜਿਹੜੇ ਵਿਸ਼ਵਾਸੀ ਲੋਕ ਹੈ, ਜਿਹੜੇ ਪਰਮੇਸ਼ਰ ਦੇ ਦੁਆਰਾ ਅਲੱਗ ਕੀਤੇ ਗਏ, ਬੁਲਾਏ ਗਏ ਲੋਕ ਹੈ, ਉਹਨਾਂ ਦੇ ਲਈ ਕੋਈ ਨਿਯਮ, ਕੋਈ ਕਾਨੂੰਨ ਹੈਗੇ ਜਿਹੜਾ ਪਰਮੇਸ਼ਰ ਜਿਹੜਾ ਹੈ ਉਹਨਾਂ ਨੂੰ ਦਿੰਦਾ ਹੈ ਕਿ ਤੁਸੀਂ ਇਸ ਕਾਇਦੇ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਕਿ ਅਸੀਂ ਬਾਹਰ ਸਾਨੂੰ ਪਰਮੇਸ਼ਰ ਹਰ ਤਰੀਕੇ ਦੀ ਛੂਟ ਦਿੰਦਾ ਹੈ, ਲੇਕਿਨ ਉਹ ਛੂਟ ਨਹੀਂ ਦਿੰਦਾ ਜਿਹੜੇ ਸਾਨੂੰ ਪਾਪ ਵੱਲ ਲੈ ਕੇ ਜਾਏ, ਕਿਉਂਕਿ ਪਰਮੇਸ਼ਰ ਪਾਪ ਤੋਂ ਘ੍ਰਿਣਾ ਕਰਦਾ। ਤੇ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਇਹ ਗੱਲ ਯਾਦ ਰੱਖੋ
कि सानू जिहड़ा है जदों असीं परमेश्वर दे कोल आ जांदे हां ते परमेश्वर असीं जिहड़ा है परमेश्वर दी इच्छा दे अनुसार चलना है। और जदों सानू परमेश्वर बुला लैंदा ओहदी इच्छा दे अनुसार चलदे आ ते उदों सानू परमेश्वर कहंदा कि तुसीं पवित्रताई दा जीवन व्यतीत करना है। जदों असीं शिमशोन दे जीवन दे विच देखदे आ उहनूं पता सी कि मैं परमेश्वर दे द्वारा चुणिया गया बंदा हां, उहनूं पता सी कि मैं की करदा पिया अपने जीवन दे विच, मेरे उत्ते किदां दा अभिषेक है, उहनूं सारा कुछ पता सी। लेकिन फिर भी उहने की किया, जदों असीं ਉਹਦੀ 14ਵਾਂ ਨਿਆਇਓ ਦੀ ਪੋਥੀ ਉਹਦਾ 14ਵਾਂ ਅਧਿਆਇ ਪੜ੍ਹਦੇ ਹਾਂ, 13ਵਾਂ ਅਧਿਆਇ ਖਤਮ ਹੁੰਦੇ ਹੀ ਉੱਥੇ ਲਿਖਿਆ ਕਿ ਯਹੋਵਾ ਦਾ ਆਤਮਾ ਸੋਰਾ ਤੇ ਅਸ਼ਤਾਓਲ ਦੇ ਵਿੱਚ ਮਹਿਨੇਦਾਨ ਦੇ ਉੱਤੇ ਉਹਨੂੰ ਉਭਾਰਨ ਲੱਗਾ ਕਿ ਉਹਨੂੰ ਪਰਮੇਸ਼ਰ ਦਾ ਆਤਮਾ ਓਵਰਫਲੋ ਹੋ ਰਿਹਾ ਸੀ ਉਹਦੇ ਵਿੱਚੋਂ। ਲੇਕਿਨ ਅਗਲੀ ਆਇਤ ਦੇ ਵਿੱਚ ਲਿਖਿਆ ਕਿ ਉਹਨੇ ਇੱਕ ਫਲਿਸ਼ਤੀ ਇਸਤਰੀ ਨੂੰ ਦੇਖਿਆ ਤੇ ਉਹਦੇ ਕੋਲ ਚਲ ਗਿਆ। ਇਹਦਾ ਮਤਲਬ ਕੀ ਹੈ कि वो जिहड़ा है अपने जीवन के प्रति सतर्क नहीं है। उन्हें शैतान नूं अपने जीवन दे विच आउण दा मौका दे दिता। एक साइड ते हाँ वो परमेश्वर दी उपस्थिति दे नाल परमेश्वर दे मस्से दे नाल भरिया होया सी, लेकिन उसदी अगली आयत दे विच उस तो अगली नहीं, सिर्फ वो सेंटेंस खत्म हुंदे ही अगली आयत दे विच लिखिया कि वो जिहड़ा है एक फलिश्ती स्त्री नूं उन्हें देखिया ते अपने माँ पिओ नूं जाके कहंदा कि मेरा विआह करवा दो इहदे नाल। सब तो पहला निर्णय उन्हें यही गलत लै लिया, क्योंकि परमेश्वर की पहली आज्ञा ही यही है। जो असीं पिछले अध्यायां या पिछलियां पोथियां भी जो पढ़ीए तो परमेश्वर का वचन ही यही कहता सानू कि कई गैर कौम च ब्याह नहीं करवाना। लेकिन फिर भी इत्थे परमेश्वर इत्थे जिहड़ा शिमशोन ने एक गलती की। शिमशोन ने एक परमेश्वर की आज्ञा का उल्लंघन किया, क्योंकि परमेश्वर ने कहा सी किसी गैर कौम नाल या फिर जिहड़े पूजा पाठ करने वाले लोग आ उन्हां दे नाल रिश्ता नहीं रखना। लेकिन फिर भी उन्हें अपने माँ प्यो नूं सीधे आके यही कहा कि ये मेरी अखां नूं चंगी लगदी है तो तुसीं मेरा इहदे नाल विआह करवा दो। क्यों इन्हें कोई भी इत्थे असीं देखदे कि शिमशोन ने कोई आत्मिक जिहड़ा है निर्णय आत्मिक चुनाव नहीं किया। वो अपनी शरीर की अभिलाषा के उत्ते अपनी अखां की अभिलाषा के उत्ते काबू नहीं कर पाया। उन्होंने लगा कि यार सोहनी कुड़ी आ, बहुत चंगी कुड़ी है तो मेरा इहदे नाल विआह करवा दो। असीं इत्थे देखते हैं कि परमेश्वर जिहड़ा है वो सानू बुलांदा है कि असीं पवित्रताई दा जीवन व्यतीत करिए, ना कि शिमशोन दे वांगू असीं शरीरिक निर्णय लईए, शरीरिक चुनाव करिए। बल्कि जदों असीं आत्मा दे विच चलदे हां ते सानू अपने दिमाग दे विच या फिर हर समय सानू ये याद रखना बड़ा जरूरी है कि असीं परमेश्वर दे द्वारा बुलाए गए लोग हां ते परमेश्वर दे द्वारा ठहराए गए लोग हां कि असीं किदां दे काम करने हैं। ते सानू जिहड़ा एक काम परमेश्वर ने सौंपिया है वो ये है कि असीं अपने जीवनां नूं पवित्र रखना है। जदों फिर दूसरी गल असीं ये देखदे कि जदों परमेश्वर सानू अपने उद्देश्य लई अपने लक्ष्यां लई चुन लेंदा है ते असीं परमेश्वर की आज्ञाकारिता दे विच अपने जीवन नूं व्यतीत करना। शिमशोन के जीवन दे विच जदों असीं देखिए तो उन्हें सारियां आज्ञावां दा उल्लंघन किया परमेश्वर दी। जदों असीं 11वें अध्याय तो लैके उहदे 16वें अध्याय नूं पढ़दे हैं न्याइयों दे, उहदे विच असीं देखदे कि असीं शुरू च ही देखिया कि वो नाज़ीर वो बंदा जिहदे सिर ते कदी छुरा ना फिरे, ना वो कदी मरे बंदे नूं हथ लाएगा या फिर मरे जानवर नूं हथ लाएगा या मरी किसी भी चीज़ नूं हथ लाएगा, ते ना ही वो दाख मधु या फिर शैद नहीं खाना चाहिए उन्हें। लेकिन उन्हें की किया 14वें अध्याय दे विच जदों असीं उहदी 8वीं आयत पढ़दे ते उन्हें कहा कि उन्हें एक शेर नूं मारिया रस्ते दे विच जांदे जांदे और उसनूं शेर नूं मार के छड्ड दिता। फिर कुछ दिन बाद जदों वापस आया उस शेर नूं देखण, वो जान के वापस आया कि मैं देखा उस शेर की जिहड़ी मरी हुई देह नूं जाके मैं देखा। तो जदों उन्हें देखा कि उन्हें शेर मरिया होया है तो उहदे अंदर जिहड़ा है वो मधुमक्खियां ने छत्तर बना के शहद पिया होया सी, उन्हें उस शहद नूं कढ लिया। सब तो पहली आज्ञा का उल्लंघन उन्हें वो किया कि उन्हें मृत देह नूं हथ ला लिया, तो दूजा उन्हें किया कि उन्हें उहदे विचों शहद भी कढ के खा लिया। जिहदा मतलब कि उहदे नाजीर होण ते या फिर जिहड़ियां उहदे कोल शक्तियां सी, जिहड़ी पावर्स परमेश्वर ने उन्हें दित्ती सीगी, वो इत्थे ही खत्म हो जानी चाहिए सी। लेकिन परमेश्वर ने फिर भी उन्हें मौका दिता कि तू फिर भी परमेश्वर ने उहदे को कुछ नहीं छीनिया, कुछ भी इदां दा कुछ नहीं किया कि वह नाश हो जाए या तबाह हो जाए, फिर भी वो सही चीज़ करे जा रहा सी। लेकिन फिर असीं जाके 16वें अध्याय दे विच देखदे हां कि वो एक जिहड़ा है दलीला नाल मिलदा, वो भी एक फलिश्ती स्त्री है। ये तीसरी स्त्री है। इस तो पहले जो 16वां अध्याय शुरू होंदा उत्थे भी एक कहते जो गाजा च गया है उन्हें एक स्त्री नूं देखिया ना उन्हें उहदे नाल विआह करवाया, लेकिन उहदे नाल अंदर चला गया।
ਇੱਥੇ ਵੀ ਉਹਨੇ ਪਰਮੇਸ਼ਰ ਦੀ ਆਗਿਆ ਦਾ ਉਲੰਘਣ ਕੀਤਾ। ਫਿਰ ਜਦੋਂ ਦਲੀਲਾ ਨਾਲ ਉਹ ਮਿਲਿਆ ਤੇ ਉਹਨੂੰ ਇਹ ਵੀ ਨਹੀਂ ਪਤਾ ਲੱਗਿਆ, ਉਹਨੇ 3 ਵਾਰੀ ਉਹਨੂੰ ਪੁੱਛਿਆ ਜਾਂ 4 ਵਾਰੀ ਉਹਨੂੰ ਪੁੱਛਿਆ ਕਿ ਤੇਰੇ ਜਿਹੜੀ ਸ਼ਕਤੀ ਹੈ ਤੇਰੇ ਅੰਦਰ, ਉਹਦਾ ਰਾਜ਼ ਕੀ ਹੈ। ਤੇ ਉਹ ਕਦੀ ਕੁਛ ਦੱਸਦਾ ਸੀ, ਕਦੀ ਕੁਛ ਦੱਸਦਾ ਸੀ। ਉਹਨੂੰ ਕਿ ਉਹਨੂੰ ਪਤਾ ਸੀਗਾ ਕਿ ਜੇ ਮੈਂ ਦੱਸ ਦੇਵਾਂਗਾ ਤੇ ਮੇਰੀ ਸ਼ਕਤੀਆਂ ਚਲੀ ਜਾਣਗੀਆਂ, ਲੇਕਿਨ ਫਿਰ ਵੀ ਉਹ ਪੁੱਛਦੀ ਰਹੀ ਉਹਨੂੰ ਆ ਕੇ। ਤੇ ਉਹਨੇ ਹਰ ਵਾਰੀ ਪੁੱਛ ਕੇ ਇਹੀ ਕਿਹਾ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਹਾਂ ਕੁਛ ਵੀ, ਉਹਨੇ ਝੂਠ ਵੀ ਬੋਲਿਆ ਸ਼ਿਮਸ਼ੋਨ ਨੇ, ਫਿਰ ਉਹਨੇ ਕਿਹਾ, ਜਦੋਂ ਸਵੇਰ ਨੂੰ ਜਾ ਕੇ ਉਹਨੇ ਦੱਸਿਆ ਕਿ ਉਹਦੀ ਸ਼ਕਤੀ ਦਾ ਰਾਜ ਇਹ ਹੈ, ਤੇ ਫਿਰ ਫਲਿਸ਼ਤੀਆਂ ਕੋਲੋਂ ਹਮਲਾ ਕਰਵਾਇਆ ਉਹਦੇ ਤੇ। 2 ਵਾਰੀ ਜਦੋਂ ਉਹਦੇ ਨਾਲ ਇੱਦਾਂ ਹੋਇਆ, ਇੱਕ ਆਮ ਇਨਸਾਨ ਦੇ ਨਾਲ ਉਹ ਆਸਾਨੀ ਨਾਲ ਪਹਿਚਾਣ ਜਾਂਦਾ ਕਿ ਹੁਣ ਮੇਰੇ ਨਾਲ ਕੀ ਹੋਣ ਜਾ ਰਿਹਾ ਤੇ ਮੈਂ ਸਹੀ ਗੱਲ ਨਹੀਂ ਦੱਸਣੀ ਹੈ। ਲੇਕਿਨ ਸ਼ਿਮਸ਼ੋਨ ਨੇ ਇੱਥੇ ਬੇਵਕੂਫੀ ਕੀਤੀ। ਉਹਨੇ ਫਿਰ ਵੀ 4ਥੀ ਵਾਰ ਜਿਹੜਾ ਹੈ ਦਲੀਲਾ ਨੂੰ ਦੱਸ ਦਿੱਤਾ ਕਿ ਮੇਰੀ ਸ਼ਕਤੀਆਂ ਦਾ ਰਾਜ਼ ਕੀ ਹੈ। ਉਹਨੇ ਕਿਹਾ ਕਿ ਮੇਰੇ ਸਿਰ ਤੇ ਛੁਰਾ ਨਹੀਂ ਫਿਰਨਾ ਚਾਹੀਦਾ, ਅਗਰ ਫਿਰ ਗਿਆ ਤੇ ਗਿਆ। ਲੇਕਿਨ ਉਹਨੇ ਕੀ ਕੀਤਾ, ਦਲੀਲਾ ਨੇ ਫਿਰ ਰਾਤ ਨੂੰ ਬੁਲਵਾ ਕੇ ਬੰਦੇ ਉਹਦੇ ਸਾਰੇ ਬਾਲ ਕਟਵਾ ਦਿੱਤੇ, ਉਸ ਤਰ੍ਹਾਂ ਭਿਜਵਾ ਦਿੱਤਾ ਉਹਦੇ ਬਾਲਾਂ ਦੇ ਉੱਤੇ। ਤੇ ਉਹਨੇ ਸੋਚਿਆ ਹੁਣ ਮੈਂ ਫਿਰ ਸਮਰਥ ਪਾ ਲਾਂਗਾ। ਲੇਕਿਨ ਜਦੋਂ ਫਲਿਸ਼ਤੀ ਉਹਦੇ ਤੇ ਹਮਲਾ ਕਰਨ ਲਈ ਆਏ ਤੇ ਇਸ ਵਾਰ ਉਹ ਆਪਣੇ ਆਪ ਨੂੰ ਬਚਾ ਨਾ ਸਕਿਆ। ਜਦੋਂ ਪਰਮੇਸ਼ਰ ਸਾਨੂੰ ਆਪਣੇ ਜੀਵਨ ਦੇ ਵਿੱਚ ਬੁਲਾਉਂਦਾ, ਜਾਂ ਪਰਮੇਸ਼ਰ ਸਾਨੂੰ ਬੁਲਾਉਂਦਾ ਅਸੀਂ ਕੋਈ ਸੇਵਕਾਈ ਕਰੀਏ ਜਾਂ ਅਸੀਂ ਪਰਮੇਸ਼ਰ ਦੀ ਸੇਵਾ ਕਰੀਏ, ਤੇ ਪਰਮੇਸ਼ਰ ਜਦੋਂ ਸਾਨੂੰ ਅਲੱਗ ਠਹਿਰਾਉਂਦਾ ਦੁਨੀਆ ਤੋਂ, ਤੇ ਪਰਮੇਸ਼ਰ ਦੇ ਕੁਝ ਰੂਲਸ ਹੈ, ਪਰਮੇਸ਼ਰ ਦੇ ਕੁਝ ਨਿਯਮ ਤੇ ਕਾਨੂੰਨ ਹੈ ਜਿਨ੍ਹਾਂ ਦੀ ਉਲੰਘਣਾ ਸਾਨੂੰ ਨਹੀਂ ਕਰਨੀ ਹੈ। ਜੇ ਅਸੀਂ ਕਰਦੇ ਹਾਂ ਤੇ ਅਸੀਂ ਆਪਣੇ ਪਰਿਣਾਮਾਂ ਨੂੰ ਭੁਗਤਾਂਗੇ, ਜਿੱਦਾਂ ਸ਼ਿਮਸ਼ੋਨ ਨੇ ਭੁਗਤਿਆ। ਉਹਨੇ ਫਲਿਸ਼ਤੀ ਉਹਨੂੰ ਬੰਨ ਕੇ ਲੈ ਗਏ, ਔਰ ਇੱਕ ਟਾਈਮ ਐਸਾ ਆਇਆ ਕਿ ਇਹ ਦੇਖ ਵੀ ਨਹੀਂ ਸਕਿਆ, ਅੰਨਾ ਹੋ ਗਿਆ, ਇਹਦੀ ਅੱਖਾਂ ਕੱਢ ਦਿੱਤੀਆਂ ਗਈਆਂ ਔਰ ਇਹਨੂੰ ਮੰਦਿਰ ਦੇ ਵਿੱਚ ਲੈ ਜਾਇਆ ਗਿਆ। ਲੇਕਿਨ ਫਿਰ ਵੀ ਪਰਮੇਸ਼ਰ ਨੇ, ਜਦੋਂ ਉਹਨੇ ਪ੍ਰਾਰਥਨਾ ਕੀਤੀ ਕਿ ਖੁਦਾ ਹੁਣ ਜੇ ਮੈਂ ਸਾਰੀ ਉਮਰ ਕਹਿੰਦਾ ਮੈਂ ਲੜਾਈਆਂ ਲੜਦਾ ਆਇਆ ਤੇ ਹੁਣ ਤੂੰ ਆਪਣੇ ਦਾਸ ਨੂੰ ਇੱਦਾਂ ਹੀ ਮਾਰ ਦੇਵੇਂਗਾ, ਫਿਰ ਉਹਨੇ ਦੁਆ ਕੀਤੀ ਕਿ ਇੱਕ ਆਖਰੀ ਵਾਰ ਮੈਨੂੰ ਸ਼ਕਤੀ ਦੇ ਦੇ ਤੇ ਮੈਂ ਉਸ ਤੋਂ ਬਾਅਦ ਆਪ ਵੀ ਮਰ ਜਾਵਾਂਗਾ ਤੇ ਨਾਲ ਲੋਕਾਂ ਨੂੰ ਵੀ ਨਾਲ ਲੈ ਕੇ ਮਾਰਾਂਗਾ। ਤੇ ਉਹਨੇ ਇੱਕ ਖੰਭੇ ਨਾਲ ਆਪਣੇ ਆਪ ਨੂੰ ਬੰਨਿਆ, ਉਹਨੂੰ ਨੀਚੇ ਥੱਲੇ ਖਿੱਚਿਆ ਤੇ ਉਹ ਆਪ ਤੇ ਮਰਿਆ ਹੀ ਮਰਿਆ, ਲੇਕਿਨ ਕਿੰਨੇ ਸਾਰੇ ਬੰਦੇ ਨਾਲ ਲੈ ਕੇ ਮਰ ਗਿਆ। ਕਿਉਂ? ਕਿਉਂਕਿ ਸਾਡਾ ਪਰਮੇਸ਼ਰ ਜਿਹੜਾ ਹੈ ਉਹ ਦੂਜਾ ਮੌਕਾ ਦੇਣ ਵਾਲਾ ਪਰਮੇਸ਼ਰ ਹੈ। ਸਾਡਾ ਪਰਮੇਸ਼ਰ ਇੱਕਦਮ ਹੀ ਸਾਡੇ ਕੋਲ ਕੁਝ ਛੀਨ ਨਹੀਂ ਲੈਂਦਾ ਜਾਂ ਫਿਰ ਸਾਡੇ ਕੋਲ ਕੁਝ ਖੋ ਨਹੀਂ ਲੈਂਦਾ, ਲੇਕਿਨ ਸਾਨੂੰ ਮੌਕਾ ਦਿੰਦਾ ਕਿ ਅਸੀਂ ਸੁਧਰੀਏ। ਲੇਕਿਨ ਅਸੀਂ ਲੋਕ ਨਹੀਂ ਸੁਧਰਦੇ। ਕਿਉਂ? ਕਿਉਂਕਿ ਸਾਨੂੰ ਪਤਾ, ਸਾਨੂੰ ਲੱਗਦਾ ਕਿ ਸ਼ਾਇਦ ਜੋ ਅਸੀਂ ਸੋਚਦੇ ਉਹ ਸਾਡੀ ਅੱਖਾਂ ਦੇ ਵਿੱਚ ਠੀਕ ਹੈ, ਜੋ ਅਸੀਂ ਸੋਚਦੇ ਉਹ ਸਹੀ ਹੈ, ਬਾਕੀ ਜੋ ਪਰਮੇਸ਼ਰ ਸੋਚਦਾ ਉਹ ਗਲਤ ਹੈ। ਅਸੀਂ ਕਦੀ ਪਰਮੇਸ਼ਰ ਨੂੰ ਮੌਕਾ ਹੀ ਨਹੀਂ ਦਿੱਤਾ ਕਿ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਆ ਕੇ ਸਾਡੇ ਨਿਰਣੇ ਲਏ ਜਾਂ ਫਿਰ ਅਸੀਂ ਪਰਮੇਸ਼ਰ ਦੀ ਇੱਛਾ ਦੇ ਨਾਲ ਚੱਲੀਏ। ਕਿਉਂ ਸਾਡੇ ਜੀਵਨ ਦੇ ਵਿੱਚ ਉਲਟੇ ਪਰਿਣਾਮ ਆਉਂਦੇ? ਕਿਉਂ ਸਾਡੇ ਜੀਵਨ ਦੇ ਵਿੱਚ ਅੱਜ ਬਰਕਤ ਨਹੀਂ ਹੈ? ਕਿਉਂ ਸਾਡੇ ਜੀਵਨ ਦੇ ਵਿੱਚ ਅੱਜ ਉਨੀ ਖੁਸ਼ਹਾਲੀ ਨਹੀਂ ਹੈ? ਜਾਂ ਫਿਰ ਜਦੋਂ ਅਸੀਂ ਕਹਿੰਦੇ ਕਿ ਅਸੀਂ ਪਰਮੇਸ਼ਰ ਦੇ ਪਿੱਛੇ ਤਾਂ ਚੱਲਦੇ ਹਾਂ ਲੇਕਿਨ ਫਿਰ ਵੀ ਸਾਡੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਹੈ, ਉਹ ਇਸ ਕਰਕੇ ਕਿਉਂਕਿ ਅਸੀਂ ਪਰਮੇਸ਼ਰ ਦੀ ਆਗਿਆ ਹੀ ਨਹੀਂ ਮੰਨਦੇ। ਅਸੀਂ ਪਰਮੇਸ਼ਰ ਦੇ ਨਾਲ ਹੀ ਨਹੀਂ ਚੱਲਦੇ। ਜਦੋਂ ਪਰਮੇਸ਼ਰ ਸਾਨੂੰ ਕੁਝ ਕਰਨ ਲਈ ਕਹਿੰਦਾ ਅਸੀਂ ਉਹਦੇ ਤੋਂ ਉਲਟਾ ਕਰਨ ਦੀ ਕੋਸ਼ਿਸ਼ ਕਰਦੇ ਕਿ ਅਸੀਂ ਪਰਮੇਸ਼ਰ ਦੀ ਆਗਿਆ ਦਾ ਉਲੰਘਣ ਕਰ ਸਕੀਏ। ਤੇ ਫਿਰ ਤੁਹਾਨੂੰ ਕੀ ਲੱਗਦਾ, ਪਰਮੇਸ਼ਰ ਹਰ ਵਾਰੀ ਸਾਡੀਆਂ ਗਲਤੀਆਂ ਮਾਫ ਕਰਕੇ ਤੇ ਸਾਨੂੰ ਹਰ ਮੌਕਾ ਦਿੰਦਾ ਰਹੂਗਾ? ਇੱਕ ਨਾ ਇੱਕ ਦਿਨ ਐਸਾ ਆਣਾ ਕਿ ਅਸੀਂ ਜਿਹੜਾ ਹੈ ਪਰਮੇਸ਼ਰ ਸਾਨੂੰ ਨਾਸ਼ ਕਰੇਗਾ, ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹ ਹਠੀਲੇ ਮਨ ਵਾਲਿਆਂ को बहुत घृणा करता। ਪਰਮੇਸ਼ਰ ਦਾ ਇੱਕ ਸ਼ਕਤੀ ਹੈ ਕਿ ਉਹ ਆਪਣੇ ਜਿਹੜੇ ਹਠੀਲੇ ਮਨ ਦੇ ਲੋਕਾਂ ਨੂੰ ਨਮਰ ਕਰ ਸਕਦਾ, ਲੇਕਿਨ ਜਿਹੜੇ ਆਪਣੇ ਈਗੋ ਦੇ ਵਿੱਚ, ਆਪਣੇ ਅਹੰਕਾਰ ਦੇ ਵਿੱਚ ਹੈ, ਜਿਹੜੇ ਆਪਣੇ ਆਪ ਨੂੰ ਸਮਝਦੇ ਕਿ ਸ਼ਾਇਦ ਮੈਂ ਸਹੀ ਹਾਂ, ਮੈਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਨਹੀਂ ਚੱਲਦਾ, ਤੇ ਅਸੀਂ ਜੇ ਸੋਚੀਏ ਜੇ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਕੰਮ ਕਰੂੰਗਾ ਤੇ ਅਸੀਂ ਗਲਤ ਹਾਂ, ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਕੰਮ ਨਹੀਂ ਕਰੂੰਗਾ। ਜੋ ਅਸੀਂ ਨਿਰਣੇ ਲੈਂਦੇ ਹਾਂ ਉਹਦਾ ਪਰਿਣਾਮ ਸਾਨੂੰ ਭੁਗਤਣਾ ਹੀ ਪੈਣਾ। ਜੇ ਅਸੀਂ ਪਰਮੇਸ਼ਰ ਦੇ ਰਾਹ ਦੇ ਚੱਲਦੇ ਹੋਏ ਨਿਰਣੇ ਲੈਂਦੇ ਜਾਂ ਫਿਰ ਚੁਣਾਵ ਕਰਦੇ ਤੇ ਸਾਨੂੰ ਸਾਨੂੰ ਪਰਮੇਸ਼ਰ ਹੀ ਪਰਿਣਾਮ ਮਿਲਣਾ ਕਿ ਸਾਨੂੰ ਵਧੀਆ ਰਿਜ਼ਲਟ ਮਿਲੂਗਾ, ਵਧੀਆ ਚੀਜ਼ ਮਿਲੂਗੀ। ਲੇਕਿਨ ਜੇ ਅਗਰ ਅਸੀਂ ਆਪਣੀ ਇੱਛਾ ਦੇ ਨਾਲ ਗਲਤ ਚੁਣਾਵ ਕਰਦੇ ਰਹੀਏ, ਸ਼ੈਤਾਨ ਦੇ ਹੱਥਾਂ ਦੇ ਵਿੱਚ ਪੈ ਕੇ ਅਸੀਂ ਗਲਤ ਚੀਜ਼ਾਂ ਕਰਦੇ ਰਹੀਏ ਤੇ ਸਾਨੂੰ ਆਪਣੇ ਪਰਿਣਾਮਾਂ ਨੂੰ ਭੁਗਤਣਾ ਹੀ ਪਊਗਾ, ਚਾਹੇ ਉਹ ਚੰਗੇ ਆ ਚਾਹੇ ਉਹ ਮਾੜੇ ਆ, ਸਾਨੂੰ ਭੁਗਤਣੇ ਪੈਣੇ ਆ।
ਇਸ ਗੱਲ ਤੇ ਇਹ ਸਮਾਂ ਜਿਹੜਾ ਉਹ ਬਹੁਤ ਕਠਿਨ ਸਮਾਂ ਸੀ ਸ਼ਿਮਸ਼ੋਨ ਦੇ ਜੀਵਨ ਦੇ ਵਿੱਚ। ਜੋ ਕੁਝ ਵੀ ਉਹਨੇ ਆਪਣੇ ਜੀਵਨ ਦੇ ਵਿੱਚ ਕੀਤਾ, ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਨਾ ਕਰੀਏ ਕਿ ਪਰਮੇਸ਼ਰ ਦੀ ਦਇਆ ਸਾਡੇ ਤੇ ਹੋਏ, ਕਿਉਂਕਿ ਇਹ ਸਮਾਂ ਜਿਹੜਾ ਅੰਤ ਦਾ ਸਮਾਂ ਚੱਲ ਰਿਹਾ, ਔਰ ਇਸ ਸਮੇਂ ਤੇ ਸਾਨੂੰ ਨਹੀਂ ਪਤਾ ਕਦੋਂ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਚੁੱਕ ਕੇ ਲੈ ਜਾਣਾ, ਤੇ ਇਹ ਨਾ ਹੋਈਏ ਕਿ ਅਸੀਂ ਇੱਥੇ ਹੀ ਰਹਿ ਜਾਈਏ। ਇਸ ਲਈ ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇੱਦਾਂ ਦੀ ਗੱਲ ਦੇਖਦੇ ਹਾਂ ਤੇ ਫਿਰ ਪਰਮੇਸ਼ਰ ਦੇ ਕੋਲ ਜਾਓ, ਪਛਤਾਪੀ ਹਿਰਦੇ ਦੇ ਨਾਲ ਪਛਤਾਪ ਕਰੋ ਪਰਮੇਸ਼ਰ ਦੇ ਅੱਗੇ ਕਿ ਪਰਮੇਸ਼ਰ ਸਾਨੂੰ ਮਾਫ ਕਰੇ ਤੇ ਸਾਰੀਆਂ ਬਦਕਾਰੀਆਂ ਨੂੰ ਸਾਡੇ ਜੀਵਨਾਂ ਤੋਂ ਦੂਰ ਕਰੇ, ਤਾਂ ਕਿ ਉਹ ਜਦੋਂ ਆਏ ਤੇ ਸਾਨੂੰ ਵੀ ਆਪਣੇ ਨਾਲ ਲੈ ਕੇ ਜਾਏ। ਅਸੀਂ ਸਹੀ ਚੁਣਾਵ ਈਸ਼ਵਰੀ ਆਤਮਿਕ ਚੁਣਾਵ ਲਈਏ, ਨਾ ਕਿ ਸਰੀਰਿਕ ਚੁਣਾਵ ਲਈਏ, ਕਿਉਂਕਿ ਸਰੀਰਿਕ ਚੁਣਾਵ ਦਾ ਪਰਿਣਾਮ ਵੀ ਸਰੀਰਿਕ ਹੋਣਾ, ਲੇਕਿਨ ਆਤਮਿਕ ਗੱਲਾਂ ਦਾ ਚੁਣਾਵ ਜਿਹੜਾ ਹੈ ਉਹ ਆਤਮਿਕ ਹੀ ਹੋਊਗਾ। ਪਰਮੇਸ਼ਰ, ਮੈਂ ਆਸ਼ਾ ਕਰਦੀ ਹਾਂ ਪਰਮੇਸ਼ਰ ਨੇ ਇਸ ਵਚਨ ਦੇ ਦੁਆਰਾ ਤੁਹਾਡੇ ਸਾਰਿਆਂ ਦੇ ਨਾਲ ਗੱਲ ਕੀਤੀ ਹੈ। ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ।